अस्सलाम वालेकुम जी, कैसे हैं आप? ठीक ठाक हैं। आज हमारी ऑर्गेनाइजेशन जा रही है ज़फ़रवाल मीटिंग के लिए। हमारे साथ भट्ट हैं, दाऊद हैं और दीगर साथी आप देख सकते हैं अपनी गाड़ियां में रेडी हैं बिल्कुल। अभी हम निकलने लगे हैं इंशाल्लाह। ज़फ़रवाल में आज बहुत अच्छी मीटिंग होगी, वो आप देख सकते हैं हमारे बैक साइड पे भी। दाऊद साहब, आर यू रेडी? भट्ट साहब, आर यू रेडी? ओके जी, हम रेडी हैं। हम इंशाल्लाह वहाँ पर जा रहे हैं ऑर्गेनाइजेशन को सपोर्ट करने, ह्यूमन ऑर्गेनाइजेशन को, ऐसी ऑर्गेनाइजेशन को जो कि लोगों के लिए काम करती है, फ़लाही काम करती है और इसका जो है मंशूर ही सिर्फ फ़लाही काम के लिए। तो हम निकले हैं।
الرجيم بسم الله الرحمن الرحيم إلا الذين آمنوا وعملوا الصالحات فلهم أجر غير ممنون فما يكذبك بعد بالدين أليس الله بأحكم الحاكمين آمنت بالله صدق الله العظيم ਸਭ ਤੋਂ ਪਹਿਲਾਂ ਤਾਂ ਤੁਹਾਡੇ ਦੋਸਤਾਂ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢ ਕੇ ਜਰਨ ਇੱਥੇ ਆਏ ਕਿ ਤੁਸੀਂ ਟਾਈਮ ਦਿੱਤਾ ਵੀ ਇੱਥੇ ਸਾਡੇ ਜਰਨ ਨਾਲ ਗੱਲਬਾਤ ਸੁਣਨ ਵਾਸਤੇ ਆਏ ਰਾਣਾ ਸਾਹਿਬ ਨੇ ਤੁਹਾਨੂੰ ਦੱਸਿਆ ਹੋਣਾ ਵੇ ਕਿ ਜਿਸ ਮਾਮਲੇ ਨਾਲ ਇੱਥੇ ਤੁਹਾਨੂੰ ਉਹਨਾਂ ਸੱਦਿਆ ਵੇ ਯਾਰ ਅਸੀਂ ਇੱਕ ਬੇਸਿਕਲੀ ਨਾ ਆਪਣੀ ਯੂਥ ਵਾਸਤੇ ਇੱਕ ਐਸਾ ਪਲੇਟਫਾਰਮ ਬਣਾਇਆ ਤਾਂ ਜਿਹਦੇ ਉੱਤੇ ਅਸੀਂ ਸਾਰੇ ਇੱਕ ਅੱਛੇ ਕੰਮ ਦੀ ਤਰਫ ਚੱਲੀਏ ਕੰਮ ਹਰ ਬੰਦਾ ਕਰਦਾ ਰਹਿੰਦਾ ਵੇ ਆਪਣੀ ਜ਼ਿੰਦਗੀ ਦੇ ਮਾਮਲਾਤ ਵੀ ਚੱਲਦੇ ਰਹਿੰਦੇ ਨੇ ਸਾਰੇ ਮਾਮਲਾਤ ਚੱਲਦੇ ਰਹਿੰਦੇ ਨੇ ਉਹਦੇ ਵਿੱਚ ਇੱਕ ਮਖਸੂਸ ਜਿਹਾ ਟਾਈਮ ਕੱਢ ਕੇ ਜ਼ਰੂਰੀ ਨਹੀਂ ਕਿ ਹਰ ਬੰਦਾ ਐਸੇ ਜਰਨ ਪਲੇਟਫਾਰਮ 'ਤੇ ਆ ਕੇ ਉਹਦਾ ਹਰ ਟਾਈਮ ਇੱਥੇ ਜਰਨ ਵੇਸਟ ਹੋਏ ਉਹਦੇ ਬਾਅਦ ਅਸੀਂ ਇੱਕ ਪਲੇਟਫਾਰਮ ਬਣਾਇਆ ਤਾਂ ਪਾਕਿਸਤਾਨ ਯੂਥ ਫੈਡਰੇਸ਼ਨ ਦਾ ਨਾਮ ਫਾਊਂਡੇਸ਼ਨ ਸਾਡੀ ਹੈ ਇੱਕ ਫਲਾਹੀ ਠੀਕ ਹੈ ਜਿਹਦਾ ਸਿਰਫ ਮਕਸਦ ਹੈ ਕਿ ਆਪਣੀ ਜਿਹੜੀ ਯੂਥ ਹੈ ਨਾ ਉਹਨੂੰ ਇੱਕ ਅੱਛੇ ਕੰਮ ਲਈ ਇਸਤੇਮਾਲ ਕਰਨਾ ਤੁਹਾਨੂੰ ਸਾਰੇ ਦੋਸਤ ਤੁਸੀਂ ਮਾਸ਼ਾਅੱਲਾ ਮੈਚੁਰ ਸਮਝਦਾਰ ਹੋ ਤੁਹਾਨੂੰ ਪਤਾ ਵੇ ਕਿ ਕਿਸੇ ਵੀ ਮਾਸ਼ਰੇ ਦੇ ਵਿੱਚ ਨਾ ਯੂਥ ਦਾ ਹੀ ਕਿਰਦਾਰ ਅਦਾ ਹੁੰਦਾ ਵੀ ਕਿ ਮਾਸ਼ਰੇ ਨੂੰ ਕਿਸੇ ਸਾਈਡ ਨੂੰ ਲੈ ਕੇ ਜਾਣਾ ਚਾਹੇ ਉਹ ਕਿਸੇ ਅੱਛੀ ਸਾਈਡ ਨੂੰ ਲੈ ਜਾਏ ਕਿਸੇ ਬੁਰੀ ਸਾਈਡ ਨੂੰ ਲੈ ਜਾਏ ਕਿਉਂਕਿ ਮਾਸ਼ਰਾ ਹਮੇਸ਼ਾ ਕੀ ਨਹੀਂ ਯੂਥ ਤੋਂ ਜਾਂਦਾ ਵੀ ਜੋ ਯੰਗ ਜਨਰੇਸ਼ਨ ਕਰਦੀ ਵੀ ਉਹੀ ਸਾਹਮਣੇ ਆਉਂਦਾ ਅਸੀਂ ਅਲਹਮਦੁਲਿਲਾ ਜਿਹੜਾ ਪਲੇਟਫਾਰਮ ਬਣਾਇਆ ਦਾ ਪਾਕਿਸਤਾਨ ਯੂਥ ਫੈਡਰੇਸ਼ਨ ਦੇ ਨਾਮ ਤੋਂ ਇਹ ਸਾਡੇ ਕਾਇਦ ਰਾਣਾ ਆਸਮ ਸਾਹਿਬ ਨੇ ਇੱਥੋਂ ਮਾਲੋ ਪਟਿਆਲ ਤੋਂ ਪਸਰੂਰ ਦੇ ਕੋਲ ਉਹਨਾਂ ਦਾ ਪਿੰਡ ਹੈ ਤੇ ਇਹ ਨਿਜ਼ਾਮ ਜਿਹੜਾ ਤਕਰੀਬਨ 2 ਸਾਲ ਤੋਂ ਚੱਲ ਰਿਹਾ ਵੇ ਆਪਣਾ ਜ਼ਿਲ੍ਹਾ ਸਿਆਲਕੋਟ ਵਿੱਚ ਬਾਡੀ ਹੈ ਉਸ ਤੋਂ ਬਾਅਦ ਤਹਿਸੀਲ ਪਸਰੂਰ ਹੈ ਸੰਭਰਿਆਲ ਫਿਰ ਚੁਬਾਰਾ ਵੇ ਤੇ ਹੁਣ ਮਾਸ਼ਾਅੱਲਾ ਤੋਂ ਭਾਈਆਂ ਜਿਹਨਾਂ ਤੁਹਾਨੂੰ ਸਾਦਾ ਜੀ ਨਸੀਬ ਕੀਤੀ ਹੈ ਕਿ ਤੁਹਾਡੇ ਕੋਲ ਅਸੀਂ ਆਈਏ ਤੁਹਾਡੇ ਨਾਲ ਗੱਲਬਾਤ ਹੋਈ ਇਸ ਮਾਮਲੇ 'ਚ ਸਾਡੇ ਇਸ ਪਲੇਟਫਾਰਮ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਜਿਹੜਾ ਨਾ ਆਪਣੇ ਯੂਥ ਨੂੰ ਅੱਛੀ ਤਰਫ ਲੈ ਕੇ ਆਉਣਾ ਉਹਦੇ ਵਿੱਚ ਮਨਸ਼ੂਰ ਸਾਡਾ ਹੈ ਵੇ ਕਿ ਸਭ ਤੋਂ ਪਹਿਲਾਂ ਆਪਣਾ ਜਿਹੜਾ ਨਾ ਮਜ਼ਹਬੀ ਅਕਾਇਦ ਦਾ ਦਫਾ ਉਹ ਹਰ ਬੰਦਾ ਇਸ ਚੀਜ਼ 'ਤੇ ਅਲਹਮਦੁਲਿਲਾ ਸਾਰੇ ਮੁਸਲਮਾਨ ਇਸ ਚੀਜ਼ ਦੀ ਯਕੀਨ ਰੱਖਦੇ ਆ ਕੋਈ ਵੀ ਬੰਦਾ ਖਤਮੇ ਨਬੂਵਤ ਦੇ ਹਵਾਲੇ ਨਾਲ ਗੱਲ ਸੁਣਨ ਨੂੰ ਕੋਈ ਕਿਸਮ ਦੀ ਤਿਆਰ ਨਹੀਂ ਸਾਡੇ 'ਚ ਕੋਈ ਵੀ ਬੰਦਾ ਨਹੀਂ ਤਿਆਰ ਖਤਮੇ ਨਬੂਵਤ ਦੇ ਹਵਾਲੇ ਨਾਲ ਕੋਈ ਕਿਸੇ ਕਿਸਮ ਦੀ ਛੇੜਛਾੜ ਹੋਏ ਕਾਨੂੰਨੀ ਤੌਰ 'ਤੇ ਹੋਏ ਜਾਂ ਜਿਹੜਾ ਕਿਸੇ ਸਿਆਸੀ ਸੱਤਾ 'ਤੇ ਹੋਏ ਜਾਂ ਵੈਸੇ ਕਿਸੇ ਸੱਤਾ 'ਤੇ ਹੋਏ ਉਸ ਤੋਂ ਬਾਅਦ ਵਿੱਚ ਆਪਣਾ ਸਹਾਬਾ ਕਰਾਮ ਨੇ ਅਹਿਲੇ ਬੈਤ ਨੇ ਉਹਨਾਂ ਦੇ ਜਿਹੜਾ ਨਮੂਸ ਵਾਸਤੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਅਕੀਦਾ ਹੀ ਹੈ ਵੀ ਤੇ ਸਾਡਾ ਜਿਹੜਾ ਮਨਸ਼ੂਰ ਦੀ ਪਹਿਲੀ ਚੀਜ਼ ਹੀ ਸ਼ਾਮਲ ਹੈ ਵੀ ਉਸ ਤੋਂ ਬਾਅਦ ਦੇ ਵਿੱਚ ਨੇ ਜਿਹੜਾ ਅਲਹਮਦੁਲਿਲਾ ਬਲੱਡ ਡੋਨੇਟ ਕਰਨ ਦਾ ਕੰਮ ਅਸੀਂ ਕਰਨੇ ਪਿਆ ਤੋ ਜਿਹੜੇ ਦੋਸਤ ਐਡ ਨੇ ਤੁਹਾਨੂੰ ਪਤਾ ਵੀ ਫਰਵਾਲ ਤੋਂ ਵੀ ਕੋਈ ਬੜਾ ਇੱਕ ਅੱਛੇ ਤਰੀਕੇ ਨਾਲ ਜਿਹੜਾ ਚੱਲ ਰਿਹਾ ਹੋਵੇ ਉਸ ਤੋਂ ਬਾਅਦ ਵਿੱਚ ਅਸੀਂ ਇੱਕ ਆਪਣੀ ਇੱਕ ਫੰਡਿੰਗ ਲਗਾਈ ਦੀ ਹੈ ਆਪਣੇ ਤੌਰ 'ਤੇ ਬਿਨਾਂ ਕਿਸੇ ਸਿਆਸੀ ਜਾਂ ਮਜ਼ਹਬੀ ਬੰਦੇ ਤੋਂ ਜਿਹੜਾ ਨੇ ਇੱਕ ਲੈਦਾ ਸਾਡੇ ਨਾਲ ਕੋਈ ਕਿਸੇ ਕਿਸਮ ਦਾ ਸਾਨੂੰ ਸਿਆਸੀ ਸਪੋਰਟ ਨਹੀਂ ਨਾ ਕੋਈ ਮਜ਼ਹਬੀ ਸਪੋਰਟ ਹੈ ਸਿਰਫ ਅਸੀਂ ਜਿਹੜਾ ਆਪਣੀ ਯੂਥ ਨੇ ਇੱਕ ਫੰਡਿੰਗ ਦੇ ਜ਼ਰੀਏ ਨਾਲ ਜੇ ਕੋਈ ਮਾਰਾ ਗਰੀਬ ਬੰਦਾ ਵੇ ਉਹਦੇ ਰਾਸ਼ਨ ਦਾ ਖਰਚਾ ਚੁੱਕਣਾ ਪੈ ਗਿਆ ਉਹਦੇ ਜਿਹੜਾ ਹਸਪੀਟਲ ਦਾ ਵੀ ਖਰਚਾ ਚੁੱਕਣਾ ਪੈ ਗਿਆ ਅਲਹਮਦੁਲਿਲਾ ਅਸੀਂ ਉਹ ਵੀ ਜਿਹੜਾ ਉਹਦਾ ਜਿਹੜਾ ਵੇ ਅਫੋਰਡ ਕਰੀਦਾ ਵੇ ਉਹਦੇ ਜਿਹੜਾ ਨਾਲ ਕਰੋ ਤਾਂ ਨਾ ਕਿਸੇ ਦੇ ਪਿੱਛੇ ਚਲੋ ਵੇਖੋ ਤੁਸੀਂ ਕਿਸੇ ਵੀ ਸਿਆਸੀ ਜਮਾਤ ਨਾਲ ਤਲਕ ਰੱਖਦੇ ਹੋ ਮਜ਼ਹਬੀ ਨਾਲ ਸਾਨੂੰ ਉਹਦੇ ਨਾਲ ਯਾਰ ਕੋਈ ਲਿੰਕ ਨਹੀਂ ਤੁਸੀਂ ਰੱਖੋ ਤੁਹਾਡਾ ਆਪਣਾ ਇੱਕ ਸਾਡੇ ਨਾਲ ਤੁਸੀਂ ਇਸ ਪਲੇਟਫਾਰਮ ਦੇ ਪਾਕਿਸਤਾਨ ਯੂਥ ਫੈਡਰੇਸ਼ਨ ਦਾ ਨਾਮ ਹੈ ਇਸ ਪਲੇਟਫਾਰਮ ਦਾ ਕਿ ਤੁਸੀਂ ਇੱਕ ਅੱਛੇ ਕੰਮ ਲਈ ਹੋ ਤੁਹਾਡੇ ਮਜ਼ਹਬੀ ਜਾਂ ਸਿਆਸੀ ਜਿਹੜੇ ਅਕਾਇਦ ਨੇ ਜਾਂ ਜਿਹੜੇ ਉਹ ਅਕੀਦੇ ਨੇ ਉਹ ਇੱਕ ਲੈਦਾ ਨੇ ਇਹਦੇ ਉੱਤੇ ਸਿਰਫ ਇਨਸਾਨੀਅਤ ਦੀ ਫਲਾਹ ਵਾਸਤੇ ਆਉਣਾ ਨੇ ਉਹ ਕਿਸੇ ਵੀ ਕਿਸਮ ਦਾ ਕੰਮ ਇਨਸਾਨੀਅਤ ਦੀ ਫਲਾਹ ਵਾਸਤੇ ਇਹ ਤੁਹਾਡੇ ਦੋਸਤਾਂ ਦੀ ਮੁਹੱਬਤ ਹੈ ਤੁਸੀਂ ਜਿਹਨਾਂ ਨੇ ਟਾਈਮ ਕੱਢਿਆ ਹਾਲਾਂਕਿ ਇਸ ਦੌਰ ਵਿੱਚ ਕਿਸੇ ਕੋਲ ਟਾਈਮ ਹੁੰਦਾ ਯਾਰ ਇਹ ਤੁਹਾਡੀ ਜਿਹੜਾ ਮੁਹੱਬਤ ਹੈ ਤੁਹਾਡੇ ਜਿਹਨਾਂ ਕੋਲ ਸ਼ੂਰ ਹੈ ਕਿ ਤੁਸੀਂ ਕਿਸੇ ਨਿਜ਼ਾਮ ਨੂੰ ਸਮਝਣ ਵਾਸਤੇ ਨਾਲ ਚੱਲੇ ਹੋ ਇਨਸ਼ਾਅੱਲਾ ਅਸੀਂ ਤੁਹਾਡੇ ਨਾਲ ਹਾਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਕੋਈ ਮਾਮਲਾ ਹੋਏ ਤੁਸੀਂ ਆਪਣਾ ਹਰ ਬੰਦਾ ਮਾਸ਼ਾਅੱਲਾ ਦੂਰ ਪਿੰਡਾਂ ਤੋਂ ਦੋਸਤ ਤੁਸੀਂ ਬੁਲਾਏ ਨਾਲ ਸਾਹਿਬ ਤੇ ਹਰ ਬੰਦਾ ਆਪਣੇ ਦੋਸਤਾਂ ਨੂੰ ਜਾ ਕੇ ਆਪਣੇ ਜ਼ਾਤੀ ਸੱਦਾ ਤੋਂ ਪਿੰਡ ਦੀ ਸੱਦਾ ਤੋਂ ਨਿਜ਼ਾਮ ਸ਼ੁਰੂ ਕਰੇ ਆਪਣੇ ਦੋਸਤਾਂ ਨਾਲ ਅਟੈਚ ਕਰੇ ਜਿੱਥੇ ਕੋਈ ਉਹਨੂੰ ਕੋਈ ਮਾਮਲਾ ਪੇਸ਼ ਆਉਂਦਾ ਕਿਸੇ ਦੀ ਜਿਹੜਾ ਨਾਲ ਮਦਦ ਕਰਨੀ ਪੈਂਦੀ ਹੈ ਕੋਈ ਬਲੱਡ ਦਾ ਮਾਮਲਾ ਉਹ ਸਾਡੇ ਨਾਲ ਸ਼ੇਅਰ ਕਰੇ ਪਹਿਲਾਂ ਤਾਂ ਇਹ ਕਿ ਜ਼ਾਤੀ ਤੌਰ 'ਤੇ ਤੁਸੀਂ ਉਹਨੂੰ ਜਿਹੜਾ ਆਪੇ ਹੈਂਡਲ ਕਰਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਵਿੱਚ ਫਿਰ ਜਿਹੜਾ ਸਾਡੇ ਨਾਲ ਚੱਲੋ ਤੁਸੀਂ ਅਸੀਂ ਅਲਹਮਦੁਲਿਲਾ ਤੁਹਾਡੇ ਨਾਲ ਹਰ ਇੱਕ ਜਿਹੜਾ ਸੱਦਾ ਉੱਤੇ ਤੁਹਾਡੇ ਨਾਲ ਤੁਸੀਂ ਇਸ ਚੀਜ਼ ਦੀ ਪਰੇਸ਼ਾਨੀ ਨਹੀਂ ਜਿਹੜਾ ਆਪਣੇ ਆਪ ਨੂੰ ਮਹਿਸੂਸ ਕਰਦਾ ਤੇ अपने साढ़े जिले सदर साहब ने भाई अमर ठोकर साहब पाकिस्तान यूथ फेडरेशन जिला सियालकोट के सदर है। जितने भी दोस्त हैं आप यहाँ पे हाजिर हैं, जो भी टाइम निकाल के आए, सबको अस्सलाम वालेकुम।
भाईजान हमने ये पाकिस्तान यूथ फेडरेशन 2 साल से तकरीबन हम चला रहे हैं सभी, ठीक है। सब भाई जो हैं इसमें यकजा होकर चल रहे हैं। सबसे पहले तो इसमें ख़त्म नबूवत का है, और वहाँ पे यकजा हो के हमने एक दूसरे का साथ देना है। और जो कफ़ार लोग इस चीज़ पे आगे डट जाते हैं, हम अगर उनके सामने खड़े हो जाएं तो मेरे ख्याल से हमें कोई भी पीछे नहीं कर सकता। जी बिल्कुल। उसके अलावा कोई सियासी जमात आपके पास आती है या कुछ भी ऐसा कोई सीन होता है, तो आपको सीधा उनके सामने खड़ा होना पड़ेगा कि भाई हम गैर सियासी हैं और हमारा सियासत के साथ कोई लिंक नहीं। अगर हाँ आप किसी की मदद 200 लड़का या 300 लड़का लेके आ जाएं फ़लाँ जगह पे मेरा जलसा है या कोई किताब है, मुझे प्रोटोकॉल दें, हम इन चीज़ों में से नहीं। सीधी सी बात है, कोई माइंड करता है तो भाई उसकी अपनी मर्ज़ी। लेकिन मैं जो मंशूर है वो बता, मैं ही हूँ, मुझे कोई कॉल कर देता है, हाँ कोई गरीब का मसला हुआ है मैं वहाँ पे जाऊँगा, कोई गरीब के साथ ज़्यादती कर रहा है मैं वहाँ पे पहुँचूँगा, हाँ 10 लड़के भी लेकर पहुँचूँगा। लेकिन अगर वो कहते हैं मेरे किताब में आए या मुझे कंप्लेन करके दें वोटिंग की, उस लिहाज से मैं उसके साथ नहीं। तो मुझे उम्मीद है कि आप सब भी उसके साथ नहीं होंगे। और अपने इलाके में कई जगह ऐसे मामला हो जाते हैं कि एक गरीब बंदा खड़ा है ना, उसके पीछे कोई भी नहीं है, जो अमीर बंदा खड़ा है उसके साथ सारे इलाके का प्रोटोकॉल हो, लेकिन गरीब की मदद कोई भी नहीं करेगा। ये पाकिस्तान यूथ फेडरेशन उस गरीब का सहारा हो और वो गरीब इस पाकिस्तान यूथ फेडरेशन का सहारा है। हमें किसी भी ये नहीं कि हमें कौन बंदा चाहता है कि हमें प्रोटोकॉल ना हो, सब चाहते हैं, सियासी जमातें चाहती हैं, बड़े बड़े लोग चाहते हैं कि हमें प्रोटोकॉल हो, लेकिन हम चाहते हैं कि हमें प्रोटोकॉल उस इंसान का हो कि जिसके साथ ये खड़े नहीं हो। हमें प्रोटोकॉल चाहिए उन लोगों का, उनकी दुआएं चाहिए हमें, ठीक है। आज तक जो भी काम किया, ब्लड डोनेट हो रहा है, सियालकोट में हो रहा है, पसरूर में हो रहा है, चबारा में हो रहा है, इंशाल्लाह आगे से जफरवाल में भी होगा। ये ब्लड जो डोनेट होता है ये ना समझे कि हमने अपनी एक ब्लड की बोतल दे दी तो हमारी जो है ना, लेकिन ये समझें कि हमने लेकिन मैं ये चाहता हूँ, और हमारे कायद राना आसम साहब जिन्होंने ये मंशूर लिखे, जिन्होंने इस मंशूर पे काम करना स्टार्ट किया, वो वाहिद अकेला बंदा था जब वो चला। 3 साल उसे लग गए सिर्फ ये तहरीर करते हुए कि मैं इस निज़ाम को कैसे लेके चलूँगा, क्योंकि कोई भी अकेला बंदा उठता है ना किसी जगह से तो उसका साथ कोई नहीं देता। जब कोई 20 बंदे इकट्ठे उसके साथ होते हैं, 30 होते हैं, 50 होते हैं, फिर 100 पे जाता है काम, 200 पे जाता है, ऐसे करके जब पता चलता है ना कि यार ये बंदे के साथ इतने बंदे अटैच हो गए, वो बंदा आपके पास आया क्या साहब से रब्ता करें, दोबारा में कोई मसला है या हमें कोई मसला आता है, हम आपसे रब्ता करें। लेकिन जो भी अहदेदार जो भी है, मैं ही क्यों नहीं, अगर मैं गलत हूँ ना तो मुझे मुँह पे कहना कि भाई तू ये गलत कर। काम ऐसे होते हैं, ये नहीं कि मैं अहदेदार हूँ तो आपको कहूँ कि यार फलां जगह पे कब्जा करना है, वहाँ पे अपने लड़के लेके पहुँच जाए, और आपने कहा जी अहदेदार ने कह दिया है तो चले ठीक है हम चले जाते हैं वहाँ। ये बात याद रखिएगा, मैं साफ वाज़ह कर रहा हूँ कि ऐसे मामला पे जो जाएगा वो अपने आप का खुद जिम्मेदार हो। हमारी कोई सपोर्ट नहीं है ऐसे किसी भी बंदे को। दूसरे नंबर पे कोई ऐसा काम नहीं करना कि जिससे किसी गरीब के दिल को ठेस पहुँचे, जिसकी बददुआ कल को हम दे सकें। हमने ये फ्लाई काम शुरू किया, एक काम होना या ना होना वो अलग चीज़ है, ठीक है। एक काम किसी का दबाव डाल के किसी से करवाना वो अलग चीज़ है। तो हम नहीं चाहते कि हम किसी की बददुआएं लें, हम ये चाहते हैं कि लोगों की दुआएं हमारे साथ। तो आपने ये देखा होगा कि आजकल के महखाने भरे हुए हैं और मस्जिदें ऐसी भरी हैं। गौर तो करते हैं हम भी यार, आपने सही हैं, हम कोई ऐसे नहीं है, लेकिन वो ब्लड नहीं दे सकता आपने, जो 40-50 साल से ऊपर एज है उसकी, वो ब्लड नहीं डोनेट कर सकता। यंग फेडरेशन की तरफ जब यूथ की तरफ जाते हैं ना हम, तो उसमें देखते हैं कि 100 में से 60% जो कि वहाँ नशे पे लगे, सीधी सी बात, ठीक है। नशा आम हो गया हुआ है, बिल्कुल ठीक है, गरीब की सुनता कोई नहीं है, ठीक है। वहाँ से गाड़ी वाला आता है, रिक्शे वाले को 2-4 चांटे लगाए और चला गया। तमाशा ही बहुत होंगे लेकिन कोई छुड़वाने वाला नहीं है। ये आप सब भी ऑब्जर्व करते होंगे कि ऐसे मामला अक्सर पेश आते हैं हमारे से जब हम रोड से गुजर रहे होते हैं। यार मैं ये नहीं कहता कि आप वहाँ पे जाके झगड़ा करो, किसी को मारो, किसी के हाथ उठाने से पहले उसको कह दें कि यार अगर तू ये नुकसान बर्दाश्त नहीं कर सकता ना, चले ठीक है आपको कंप्रोमाइज़ करवा देता, आप नुकसान से कर लें,
मारने से या गालियाँ निकालने से कुछ नहीं होता। ऐसा वर्क लेके चल रहे हैं कि उनके गांव में उनके वालिदैन को जो भी बुलाता है ना अच्छे अल्फाज से बुलाता है। मुमकिन है कि पहले भी बुलाते होंगे, लेकिन आपका इमेज ऐसा जाना चाहिए कि आपके वालिदैन को कोई बुरा ना कहे। आपके वालिदैन को कोई अच्छे अल्फाज से याद करे कि यार फलां का बेटा खड़ा हुआ था हमारे मोहल्ले में, हमारे गांव में, इसने एक यूथ इकट्ठी की है, हमारे गांव की, हमारे इलाके की यूथ इकट्ठी की है, किसी अच्छे काम पे लगाई हुई है, कोई अच्छा काम करवा। शिकायत का मौका नहीं आएगा इंशाअल्लाह।